मैंने मैंने मम्मी क्या सी भी तेने मम्मी कहना भी मैंने अपनी मम्मा को ले जाना। कुछ ये कहला रहे ने बेटी तो भी ये तंग आ, ये रो रही है, सब कुछ इन्होंने प्रैशराइज करा के बेटी तो सब कुछ ये प्रैशराइज दे विच बुलाया गया है मेरी बेटी तो। ਬੱਚੇ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਕੁੜੀਆਂ ਨੇ ਉਹਨੂੰ ਇੱਥੇ ਤੱਕ ਕਹਿੰਦੀਆਂ ਰਹੀਆਂ ਨੇ ਵੀ ਹੁਣ ਤੂੰ ਹਲੇ ਘੱਟ ਰੋ, ਜਦੋਂ ਮੀਡੀਆ ਆਊਗਾ ਫੇਰ ਰੋਈ, ਹਲੇ ਤੂੰ ਥੱਕ ਜਾਏਗੀ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਅੱਜ ਅਸੀਂ ਤੁਹਾਨੂੰ ਉਸ 9 ਸਾਲ ਦੀ ਬੱਚੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਮ ਅਵਨੀਤ ਕੌਰ ਹੈ ਤੇ ਉਸ ਨੂੰ ਅੱਜ ਤੋਂ 9 ਸਾਲ ਪਹਿਲਾਂ ਉਸ ਦੇ ਪਿਤਾ ਦੇ ਰਿਸ਼ਤੇਦਾਰਾਂ ਨੇ ਗੋਦ ਲੈ ਲਿਆ ਸੀ, ਕਿਉਂਕਿ ਜਦੋਂ ਬੱਚੀ 8 ਮਹੀਨਿਆਂ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ ਤੇ ਬੱਚੀ ਦਾ ਪਿਤਾ ਫੌਜ ਵਿੱਚ ਨੌਕਰੀ ਕਰਦਾ ਸੀ। ਜਿਸ ਤੋਂ ਬਾਅਦ ਪਟਿਆਲਾ ਦੇ ਇੱਕ ਪਿੰਡ ਜਲਾਲਪੁਰ ਵਿੱਚ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਬੱਚੀ ਨੂੰ ਗੋਦ ਲੈ ਲਿਆ ਸੀ ਤੇ 9 ਸਾਲ ਤੱਕ ਉਹਨਾਂ ਨੇ ਬੱਚੀ ਨੂੰ ਕਾਫੀ ਚਾਵਾਂ ਨਾਲ ਆਪਣੇ ਨਾਲ ਰੱਖਿਆ। ਪਰ ਹੁਣ 9 ਸਾਲ ਬਾਅਦ ਬੱਚੀ ਦੇ ਅਸਲ ਪਿਤਾ ਨੂੰ ਆਪਣੀ ਬੱਚੀ ਦੀ ਯਾਦ ਆ ਗਈ ਤੇ ਉਸਨੇ ਆਪਣੀ ਬੱਚੀ ਨੂੰ ਵਾਪਸ ਲੈਣ ਲਈ ਹਾਈ ਕੋਰਟ ਦਾ ਸਹਾਰਾ ਲਿਆ ਤੇ ਹਾਈ ਕੋਰਟ ਨੇ ਪਿਤਾ ਦੇ ਹੱਕ ਵਿੱਚ ਇਹ ਫੈਸਲਾ ਸੁਣਾਇਆ ਕਿ ਹੁਣ ਬੱਚੀ ਆਪਣੇ ਅਸਲੀ ਪਰਿਵਾਰ ਕੋਲ ਜਾ ਕੇ ਰਹੇਗੀ। ਬੱਚੀ ਨੂੰ ਅਸਲੀ ਪਿਤਾ ਦੇ ਹਵਾਲੇ ਕਰਨ ਲਈ ਇੱਕ ਦਿਨ ਤੈਅ ਕੀਤਾ ਗਿਆ, ਜਿਸ ਦਿਨ ਬੱਚੀ ਨੂੰ ਉਸ ਦਾ ਅਸਲੀ ਪਿਤਾ ਲੈਣ ਲਈ ਆਇਆ ਤਾਂ ਬੱਚੀ ਨੇ ਮੀਡੀਆ ਅੱਗੇ ਰੋ ਰੋ ਕੇ ਕਿਹਾ ਕਿ ਮੈਂ ਨਹੀਂ ਜਾਣਾ, ਪਰ ਉਸ ਦੀ ਕੋਈ ਵੀ ਗੱਲ ਨਾ ਸੁਣੀ ਗਈ। ਤਾਂ ਨਾ ਇਸ ਵਾਰ ਪਤਾ ਕੀ ਹੋਇਆ, ਮੈਂ ਨਾ ਉੱਥੇ ਰਹਿਣ ਗਈ ਤੇ ਨਾ ਉਹਨਾਂ ਨੇ ਨਾ ਮੈਨੂੰ 1 ਮੰਥ ਰੱਖ ਲਿਆ। ਫਿਰ ਨਾ ਮੰਮਾ ਉਹਦੀ ਟੈਂਸ਼ਨ 'ਚ ਆ ਕੇ ਫਿਰ ਮੰਮਾ ਨੇ ਮੈਨੂੰ ਪੁੱਛਿਆ ਵੀ ਕਹਿੰਦੇ ਤੈਨੂੰ ਕਦੋਂ ਆਉਣਾ। ਫਿਰ ਕੀ ਕਹਿੰਦੇ ਮੰਮਾ ਉਹਦੀ ਮੈਂ ਕਹਿੰਦੀ ਵੀ ਕਹਿੰਦੇ ਮੈਂ ਆਉਣਾ। ਫਿਰ ਕੀ ਕਹਿੰਦੇ ਉੱਥੇ ਨਾ ਉਹ ਸੁਨਾਮ ਵਾਲੇ ਜਿਹੜੇ ਡੈਡੀ ਆ ਉਹਨਾਂ ਨੇ ਕਿਹਾ ਸੀਗਾ ਵੀ ਕੀ ਹੈ ਨਾ ਪਹਿਲਾਂ ਮੈਨੂੰ ਮਾਰੋ ਨਾ ਫਿਰ ਉਹਨੂੰ ਲੈ ਕੇ ਜਾਇਓ। ਫਿਰ ਉਸ ਤੋਂ ਬਾਅਦ ਨਾ ਫਿਰ ਮੰਮਾ ਹੋਰੀ ਆ ਗਏ। ਮੰਮਾ ਬਠਿੰਡੇ ਜਾ ਰਹੀ ਸੀ, ਮੰਮਾ ਮੇਰੀ ਭੂਆ ਅਤੇ ਮੇਰੀ ਛੋਟੀ ਭੈਣ ਅਤੇ ਮੇਰੇ ਫੁੱਫੜ ਜੀ। ਅਤੇ ਉਸ ਤੋਂ ਬਾਅਦ ਨਾ ਉਹਨਾਂ ਨੇ ਨਾ ਕੀ ਕਹਿੰਦੇ ਪਹਿਲਾਂ ਤਾਂ ਮੰਮਾ ਨੇ ਨਾ ਕੀ ਕਹਿੰਦੇ ਉਹਨਾਂ ਨੇ ਮੇਰੇ ਜਿਹੜੇ ਡੈਡੀ ਆ ਸੁਨਾਮ ਵਾਲੇ ਉਹਨਾਂ ਨੇ ਨਾ ਮੰਮਾ ਨੂੰ ਬਹੁਤ ਗਾਲਾਂ ਕੱਢੀਆਂ। ਫਿਰ ਉਸ ਤੋਂ ਬਾਅਦ ਨਾ ਉਹਨਾਂ ਨੇ ਕੀ ਕਹਿੰਦਾ ਮੈਨੂੰ ਕੀ ਕਹਿੰਦਾ ਵੀ ਚਲੋ ਮੰਮਾ ਕਹਿੰਦੇ ਵੀ ਮੈਨੂੰ ਵੀ ਤੂੰ ਜਾ। ਫਿਰ ਕਹਿੰਦਾ ਨਹੀਂ ਵੀ ਅਸੀਂ ਜਾ ਰਹੇ ਹਾਂ ਉਹ ਬਾਏ। ਫਿਰ ਮੈਨੇ ਕਿਹਾ ਮੰਮਾ ਮੈਨੂੰ ਵੀ ਤੁਹਾਡੇ ਨਾਲ ਜਾਣਾ। ਫਿਰ ਉਸ ਤੋਂ ਬਾਅਦ ਨਾ ਡੈਡੀ ਨੇ ਕਿਹਾ ਕਿਤੇ ਨਹੀਂ ਜਾਣਾ। ਫਿਰ ਉਸ ਤੋਂ ਬਾਅਦ ਮੰਮਾ ਨੇ ਨਾ ਡੈਡੀ ਦੇ ਪੈਰਾਂ ਨੂੰ ਹੱਥ ਵੀ ਲਾਏ ਤਾਂ ਵੀ ਨਹੀਂ ਭੇਜਿਆ। ਫਿਰ ਮੈਨੇ ਵੀ ਡੈਡੀ ਨੂੰ ਹੱਥ ਜੋੜੇ। ਫਿਰ ਉਸ ਤੋਂ ਬਾਅਦ ਨਾ ਡੈਡੀ ਅਤੇ ਚਾਚੂ ਨੇ ਸੁਨਾਮ ਵਾਲੇ ਚਾਚੂ ਅਤੇ ਜਗਵਿੰਦਰ ਸਿੰਘ ਜੀ ਡੈਡੀ ਉਹਨਾਂ ਨੇ ਨਾ ਮੈਨੂੰ ਨਾ ਥੱਪੜ ਮਾਰੇ ਅਤੇ ਮੈਨੂੰ ਨਾ ਰੂਮ 'ਚ ਬੰਦ ਕਰ ਦਿੱਤਾ। ਫਿਰ ਉਹਨਾਂ ਦੋਨਾਂ ਨੇ ਨਾ ਮੇਰੀ ਮੰਮਾ ਬੂਆ ਤੇ ਮੇਰੀ ਛੋਟੀ ਭੈਣ ਨੂੰ ਨਾ ਬਹੁਤ ਧੱਕੇ ਮਾਰੇ ਤੇ ਬੱਚੀ ਨੂੰ ਉਸਦੇ ਪਿਤਾ ਦੇ ਨਾਲ ਉਸਦੇ ਅਸਲੀ ਘਰ ਸੁਨਾਮ ਵਿਖੇ ਭੇਜ ਦਿੱਤਾ ਗਿਆ। ਪਰ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਜੀ ਹਾਂ, ਬੱਚੀ ਅਵਨੀਤ ਕੌਰ ਆਪਣੇ ਪਿਤਾ ਕੋਲ ਪਹੁੰਚ ਗਈ ਹੈ, ਜਿੱਥੇ ਉਹ ਆਪਣੇ ਅਸਲੀ ਪਰਿਵਾਰ ਨਾਲ बहुत खुश है। मम्मा ने सिखाया था, राज मम्मा ने मुझे ना हरप्रीत अंकल ने सिखाया था कि आपको ना रोना है मीडिया के सामने, क्योंकि वो आपको आपके पापा के पास भेज देंगे। और कहते थे कि ना वो तुम्हारे से बर्तन मंजवाएंगे, तुमको बहुत मारेंगे, ये कहते थे। तो वो जो कुछ रूप आंटी ने क्या मैंने लिखता था वो चाइल्ड केयर मैम क्या सी बिना असी तेरी मम्मा ने बुला रहे हैं। मैंने मम्मी क्या सी भी तेने मम्मी कहना भी मैंने अपनी मम्मा को ले जाना। मैं अपने दादू कोल, पापा कोल, चाचू चाची ते बुआ कोल। खुश हो तुसी इत्थे? बहुत खुश हाँ। ते ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿੰਨਾ ਰੂਪ ਆਂਟੀ ਨੇ। ਹੋਰ ਤੁਹਾਨੂੰ ਕਿੰਨਾ ਕ ਉਰੇ ਕੇਅਰ ਕੀਤੀ ਜਾ ਰਹੀ ਤੁਹਾਡੀ? ਬਹੁਤ ਕੇਅਰ ਕੀਤੀ ਜਾ ਰਹੀ ਹੈ। ਬਹੁਤ ਮੇਰੇ ਚਾਚੂ ਚਾਚੀ ਦਾਦੂ ਤੇ ਪਾਪਾ ਸਾਰੇ ਖੁਸ਼ ਰੱਖਦੇ ਆ? ਹਾਂਜੀ। ਕੀ ਕੁਝ ਦਵਾਇਆ ਸ਼ੋਪਿੰਗ? ਹਾਂਜੀ। ਕੀ ਕਰਦੇ? ਕੀ ਦਵਾਇਆ? ਡਰੈਸਸ ਸ਼ੂਜ਼।
ਬੱਚੀ ਅਵਨੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚੀ ਸਾਡੇ ਨਾਲ ਬਹੁਤ ਖੁਸ਼ ਹੈ। ਤੇ ਸਿੰਘ ਜਿਵੇਂ ਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ ਕਿ ਮੇਰੀ ਬੇਟੀ ਤੋਂ ਕੀ ਕੁਝ ਬੁਲਾਇਆ ਜਾ ਰਿਹਾ ਹੈ, ਇਹ ਸਭ ਕੁਝ ਖਾਰਿਜ ਗੱਲਾਂ ਨੇ। ਮੈਂ ਤੁਹਾਨੂੰ ਦੱਸਦਾ ਆਪਣੀ ਸੱਚਾਈ ਕੀ ਹੈ। ਮੇਰਾ ਹੋ ਗਿਆ ਸੀਗਾ ਡਿਵੋਰਸ 2012 ਦੇ ਵਿੱਚ ਤੇ ਮੇਰੀ ਬੇਟੀ ਦਾ ਜਨਮ ਹੋਇਆ ਸੀ 11 ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਮੇਰੀ ਬੇਟੀ ਪੜ੍ਹਨ ਲਗਾਈ ਸੀਗੀ ਉੱਥੇ ਲੇਡੀ ਫਾਤਮਾ ਸਕੂਲ ਬੁੱਢਨਪੁਰ ਦੇ ਵਿੱਚ। ਬਟ ਫਿਰ ਕਈ ਕਾਰਨਾਂ ਕਰਕੇ ਜਿਵੇਂ ਕਿ ਮੇਰੀ ਬੇਟੀ ਉਹ ਮੈਨੂੰ ਦੇਣ ਤੋਂ ਮਨਾ ਕਰਨ ਲੱਗ ਗਏ ਸੀਗੇ ਤੇ ਅਸੀਂ ਕੋਵਿਡ ਕਰਕੇ ਆਪਣੀ ਬੇਟੀ ਵਾਪਸ ਲਿਆ ਸੀਗੇ। ਸਕੂਲ ਦੀਆਂ ਆਨਲਾਈਨ ਕਲਾਸਿਸ ਚੱਲ ਰਹੀਆਂ ਸੀਗੀਆਂ ਤੇ ਆਨਲਾਈਨ ਕਲਾਸਿਸ ਅਸੀਂ ਘਰੇ ਹੀ ਲਗਵਾਉਂਦੇ ਸੀਗੇ। ਫਿਰ ਇਹਨਾਂ ਨੇ ਸਾਡੇ ਘਰੇ CWC ਪਟਿਆਲੇ CWC ਸੰਗਰੂਰ ਵਾਲੇ ਭੇਜੇ ਤੇ ਉਹ ਵੀ ਕਾਉਂਸਲਿੰਗ ਕਰਕੇ ਲੈ ਕੇ ਗਏ ਬੇਟੀ ਦੀ। ਅਗਲੇ ਦਿਨ ਅਸੀਂ CWC ਪਟਿਆਲਾ ਦੇ ਕੋਲ ਗਏ। ਤਕਰੀਬਨ 5 ਜੂਨ ਦਾ ਟਾਈਮ ਸੀਗਾ। 5 ਜੂਨ ਨੂੰ ਅਸੀਂ ਗਏ ਸੀਗੇ ਤੇ ਉਹਨਾਂ ਨੇ ਮੇਰੀ ਬੇਟੀ ਬਿਨਾਂ ਕਿਸੇ ਸਾਨੂੰ ਇਨਫੋ ਕੀਤੇ ਛੁੱਟੀ ਵਾਲੇ ਦਿਨ ਪਹਿਲਾਂ ਤਾਂ ਇਹਨਾਂ ਨੇ ਆਫਿਸ ਖੁਲਵਾਇਆ ਸੀਗਾ ਉਹ ਤੇ ਫਿਰ ਮੈਨੂੰ ਬਿਨਾਂ ਇਨਫੋ ਦੱਸੇ ਮੇਰੀ ਬੇਟੀ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਸੀਗੀ ਤੇ ਨਾ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਕਿੱਥੇ ਗਈ ਹੈ ਕਿੱਥੇ ਨਹੀਂ ਗਈ। ਫਿਰ ਅਸੀਂ ਉਹਨਾਂ ਦੇ ਉਸ ਆਰਡਰ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਸੀਗੀ। ਹਾਈ ਕੋਰਟ ਨੇ ਹੁਣ ਇਹ ਫੈਸਲਾ ਮੇਰੇ ਹੱਕ ਦੇ ਵਿੱਚ ਕਰ ਦਿੱਤਾ ਹੈ ਤੇ ਮੈਂ ਹਾਈ ਕੋਰਟ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਤੇ ਜੋ ਤੁਸੀਂ ਦੇਖ ਰਹੇ ਹੋ ਕਿ ਬੇਟੀ ਰੋ ਰਹੀ ਹੈ ਕੁਲਰਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਮੇਰੀ ਬੇਟੀ ਮੇਰੇ ਕੋਲ ਬਹੁਤ ਖੁਸ਼ ਹੈ। ਪਹਿਲਾਂ ਵੀ ਮੇਰੇ ਕੋਲ ਹੀ ਰਹਿੰਦੀ ਸੀਗੀ ਮੇਰੀ ਬੇਟੀ। ਤੇ ਬਾਕੀ ਸਕੂਲ ਦੀ ਫੀਸ ਵਗੈਰਾ ਸਭ ਕੁਝ ਮੈਂ ਹੀ ਪੇਡ ਕਰ ਰਿਹਾ। ਜੋ ਕੁਛ ਇਹ ਕਹਿਲਾ ਰਹੇ ਨੇ ਬੇਟੀ ਤੋਂ ਵੀ ਇਹ ਤੰਗ ਆ, ਇਹ ਰੋ ਰਹੀ ਹੈ, ਸਭ ਕੁਝ ਇਹਨਾਂ ਨੇ ਪ੍ਰੈਸ਼ਰਾਈਜ਼ ਕਰਾ ਕੇ ਬੇਟੀ ਤੋਂ ਸਭ ਕੁਝ ਇਹ ਪ੍ਰੈਸ਼ਰਾਈਜ਼ ਦੇ ਵਿੱਚ ਬੁਲਾਇਆ ਗਿਆ ਹੈ ਮੇਰੀ ਬੇਟੀ ਤੋਂ। ਉਹਨਾਂ ਦੀਆਂ ਗੱਲਾਂ ਦੇ ਪਲੀਜ਼ ਕਿਰਪਾ ਕਰਕੇ ਤੁਸੀਂ ਧਿਆਨ ਨਾ ਦਿਓ। ਮੈਂ ਵੀ ਇੱਕ ਤੁਹਾਡੇ ਵਰਗਾ ਆਮ ਇਨਸਾਨ ਹਾਂ। ਇਹਨਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ। ਮੇਰੇ ਫਾਦਰ ਨੂੰ ਵੀ ਕਟਵਾਇਆ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਲਿਜਾ ਕੇ ਤੇ ਹੋਰ ਸਾਨੂੰ ਵੀ ਹੁਣ ਕਈ ਫੋਨ ਧਮਕੀ ਆ ਰਹੀਆਂ ਨੇ ਵੀ ਅਸੀਂ ਤੁਹਾਡੇ ਨਾਲ ਇਹ ਕਰਾਂਗੇ, ਅਸੀਂ ਤੁਹਾਨੂੰ ਮਾਰਾਂਗੇ ਕੁੱਟਾਂਗੇ। ਬਹੁਤ ਜ਼ਿਆਦਾ ਧਮਕੀ ਆ ਰਹੀਆਂ ਨੇ ਸਾਨੂੰ। ਮੈਨੂੰ ਵੀ ਕਈ ਫੋਨ ਕਾਲਸ ਆ ਰਹੇ ਨੇ ਤੇ ਹੋ ਸਕਦਾ ਕਿ ਸਾਡੇ ਨਾਲ ਮਾਰਕੁੱਟ ਵੀ ਹੋ ਜਾਵੇ। ਤੇ ਤੁਸੀਂ ਇਹਨਾਂ ਦਾ ਬੈਕਗਰਾਉਂਡ ਚੈੱਕ ਕਰ ਲਓ ਤੇ ਇਹ ਲੋਕ ਕੌਣ ਨੇ ਤੇ ਸਾਡਾ ਬੈਕਗਰਾਉਂਡ ਚੈੱਕ ਕਰ ਲਓ। ਅਸੀਂ ਇੱਕ ਸਿਰਫ ਆਮ ਤੇ ਸਧਾਰਨ ਨਾਗਰਿਕ ਹਾਂ ਤੁਹਾਡੇ ਤਰ੍ਹਾਂ। ਤੇ ਬਾਕੀ ਮੈਂ ਹਾਈ ਕੋਰਟ ਦਾ ਇੱਕ ਵਾਰ ਫੇਰ ਤੇ ਯਾਰਾਂ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਮੇਰਾ ਸਾਥ ਦਿੱਤਾ। ਧੰਨਵਾਦ। ਮੇਰਾ ਨਾਮ ਸ੍ਰੀ ਜਗਵਿੰਦਰ ਸਿੰਘ ਹੈ ਜੀ। ਹਾਂਜੀ। ਇਹ ਮੇਰੀ ਪੋਤੀ ਹੈ ਜੀ। ਮੇਰੀ ਗੁੜੀਆ ਧੀਆਂ ਤੋਂ ਵੱਧ ਪਿਆਰੀ ਹੈ ਮੈਨੂੰ ਜੀ। ਇਹ ਜੋ ਵੀ ਵਾਇਰਲ ਖਬਰਾਂ ਨੇ ਬਿਲਕੁਲ ਗਲਤ ਨੇ ਜੀ। ਜਦੋਂ ਇਹ ਬੱਚੀ ਘਰੇ ਪੈਦਾ ਹੋਈ ਉਸ ਤੋਂ ਬਾਅਦ ਮੇਰੀ ਵਾਈਫ ਦੀ ਅਟੈਕ ਹੋ ਗਿਆ, ਡੈਥ ਹੋ ਗਈ ਤੇ ਉਸ ਤੋਂ ਬਾਅਦ ਸਾਨੂੰ ਇਹ ਪਾਲੀ ਰੈਗੂਲਰ ਸਾਡੇ ਘਰੇ ਰਹੀ। ਉਸ ਤੋਂ ਬਾਅਦ ਇਹਨੂੰ ਮੇਰੀ ਸਾਲੀ ਸਾਨੂੰ ਆ ਕੇ ਕਹਿੰਦੀ ਵੀ ਮੈਂ ਇਹਨੂੰ ਉੱਥੇ ਰੱਖ ਲਿਆ ਕਰਾਂਗੀ ਤੇ ਤੁਸੀਂ ਇਹਨੂੰ ਉੱਥੇ ਪੜ੍ਹਨ ਲਾ ਦਿਓ। ਮੇਰੇ ਬੇਟਾ ਆਰਮੀ ਦੇ ਵਿੱਚ ਲੱਗਿਆ ਹੋਇਆ, ਉਹਦੇ ਕਾਰਨ ਇਹਦੀ ਐਡਮਿਸ਼ਨ ਲੇਡੀ ਫਾਤਮਾ 'ਚ ਹੋ ਗਈ। ਬੱਚੀ ਸਾਡੀ ਆ ਗਈ ਕੋਰਟ ਦੇ ਵਿੱਚੋਂ, ਮਤਲਬ ਕੋਰਟ ਦੁਆਰਾ ਅਸੀਂ ਇਹ ਬੱਚੀ ਸਾਨੇ ਲਈ ਆ। ਅਸੀਂ ਕੋਰਟ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਕੋਟੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਤੇ ਬੱਚੀ ਸਾਨੂੰ ਦਵਾਈ। ਬਹੁਤ ਖੁਸ਼ ਆ, ਆਨੰਦ ਲੈ ਰਹੀ ਹੈ ਬੱਚੀ। ਬੱਚੀ ਇਹ ਕਹਿੰਦੀ ਆ ਵੀ ਮੈਂ ਉੱਥੇ ਨਹੀਂ ਜਾਣਾ। ਉੱਥੇ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਕੁੜੀਆਂ ਨੇ, ਉਹਨੂੰ ਇੱਥੇ ਤੱਕ ਕਹਿੰਦੀਆਂ ਰਹੀਆਂ ਨੇ ਵੀ ਹੁਣ ਤੂੰ ਹਲੇ ਘੱਟ ਰੋ, ਜਦੋਂ ਮੀਡੀਆ ਆਊਗਾ ਫੇਰ ਰੋਈ, ਹਲੇ ਤੂੰ ਥੱਕ ਜਾਏਗੀ। ਇਹ ਬੱਚੀ ਨੇ ਕਿਹਾ, ਮੇਰੀ ਨੇ ਆਣ ਕੇ ਤੁਹਾਨੂੰ ਦੱਸਿਆ? ਹਾਂਜੀ, ਆ ਕੇ ਗੱਲਾਂ ਦੱਸੀਆਂ ਨੇ। ਮਤਲਬ ਕਿੰਨੀ ਗਲਤ ਗੱਲ ਆ ਛੋਟੇ ਜਿਹੇ ਬੱਚੇ ਨੂੰ ਰਵਾਉਣਾ। ਜਦੋਂ ਆਈ ਆ ਉਹਦੀਆਂ ਐਡੀਆਂ ਅੱਖਾਂ ਸੁੱਜੀਆਂ ਪਈਆਂ ਸੀਗੀਆਂ, ਸਾਡੇ ਤੋਂ ਦੇਖਿਆ ਨਹੀਂ ਗਿਆ ਸੀ ਵੀ ਉਹਦੇ ਹਲੇ ਵੀ ਪ੍ਰੈਸ਼ਰ ਆ ਉੱਤੇ। ਉਹਨੂੰ ਇੰਨਾ ਡਰਾਇਆ ਗਿਆ, ਧਮਕਾਇਆ ਗਿਆ, ਗੰਦੀਆਂ ਗੱਲਾਂ ਉਹਨੂੰ ਸਿਖਾਉਂਦੇ ਆ। ਉਹਨੂੰ ਕੀ ਪੜ੍ਹਾਉਣਗੇ ਇਹ? ਯਾਨੀ ਕਿ ਬੱਚੇ ਨੂੰ ਪਾਗਲ ਹੋਣ ਵਾਲਾ ਕੰਮ ਕਰ ਰੱਖਿਆ ਉਹਨਾਂ ਨੇ। ਤੁਹਾਡੇ ਸਾਹਮਣੇ ਉਹ ਕਿਵੇਂ ਰੋ ਰਹੀ ਆ। 8-8.5 ਸਾਲ ਦੀ ਬੱਚੀ ਨੂੰ ਇੱਦਾਂ ਰਵਾਉਣਾ ਕਿੱਡਾ ਵੱਡਾ ਪਾਪ ਆ। ਧੀ ਨੂੰ ਰਵਾਉਣਾ, ਇਹ ਦੁਨੀਆ ਦੇਖ ਰਹੀ ਆ ਵੀ ਐਡੀ ਕੁ ਬੱਚੀ ਨੂੰ ਐਂ ਰਵਾਈਦਾ ਹੁੰਦਾ। ਉਹਨਾਂ ਨੇ ਕੋਈ ਨਹੀਂ ਪਾਲੀ। ਸਾਲ ਦੀਆਂ ਐਡਮਿਸ਼ਨਾਂ ਫੀਸਾਂ ਮੇਰਾ ਬੇਟਾ ਦੇ ਕੇ ਆਉਂਦਾ ਰਿਹਾ ਉਹਨਾਂ ਨੂੰ। ਉਹ ਤਾਂ ਇੱਕ ਗਾਈਡ ਦੇ ਤੌਰ ਤੇ ਉੱਥੇ ਲਿਖਾਇਆ ਸੀ ਪ੍ਰਿੰਸੀਪਲ ਨੇ ਵੀ ਤੂੰ ਇਹਦੀ ਗਾਈਡ ਆ। ਮੇਰੇ ਬੇਟੇ ਦਾ ਬਕਾਇਦਾ ਨਾਂ, ਆਧਾਰ ਕਾਰਡ ਸਾਡਾ ਇੱਥੇ ਬਣਾਇਆ, ਸਾਰੀ ਜਨਮ ਸਥਾਨ ਉਹਦਾ ਇੱਥੇ ਆ। ਉਹਨਾਂ ਨਾਲ ਇਹਦਾ ਕੋਈ ਲਿੰਕ ਨਹੀਂ। ਤੁਸੀਂ ਜਾ ਕੇ ਚੈੱਕ ਕਰ ਲਓ। ਇਹਦੇ ਨਾਲ ਵਧੀਆ ਪਾਲਿਸੀਆਂ ਹੋਈਆਂ ਨੇ, ਇੰਨੀਆਂ ਪਾਲਿਸੀਆਂ ਨੇ, ਲੱਖਾਂ ਰੁਪਏ ਦੀਆਂ ਪਾਲਿਸੀਆਂ ਨੇ। ਤੁਸੀਂ ਪੈਸਾ ਹੀ ਆ, ਇਹ ਪੈਸਾ ਹੀ ਦੇਖ ਰਹੇ ਨੇ ਉਹ ਵੀ ਸਾਨੂੰ ਪੈਸਾ ਮਿਲੇ। ਜਦੋਂ ਵੱਡੀ ਹੋ ਜੂਗੀ ਵੀ ਸਾਡੇ ਕੋਲ ਪੈਸਾ ਰਹਿ ਜਾਊਗਾ। ਤੇ ਚਲੋ ਹੁਣ ਹਾਈ ਕੋਰਟ ਨੇ ਜਿਹੜਾ ਫੈਸਲਾ ਦੱਸਾ ਉਹਦਾ ਅਸੀਂ ਹੱਥ ਬੰਨ੍ਹ ਕੇ ਦਿਲੋਂ ਧੰਨਵਾਦ ਕਰਦੇ ਹਾਂ ਵੀ ਬਹੁਤ ਹੀ ਸਾਡੇ ਹੱਕ ਦੇ ਵਿੱਚ ਇਨਸਾਫ ਦਿੱਤਾ। ਜਗਵਿੰਦਰ ਸਿੰਘ ਵੀਰ ਜੀ ਹੈ, ਅਸੀਂ ਨਾਲੇ ਕਰਕੇ ਰਹਿੰਦੇ ਹਾਂ।
ਅੱਛਾ ਜਿਹੜਾ ਮਾਮਲਾ ਸੀਗਾ ਮਤਲਬ ਬੱਚੀ ਨੂੰ ਕੋਈ ਸਾਂਭਣ ਵਾਲਾ ਨਹੀਂ ਸੀਗਾ, ਉਦੋਂ ਪਿਆਰ ਦੇ ਨਾਲ ਇਹਨਾਂ ਦੀ ਮਾਸੀ ਲੈ ਗਈ ਵੀ ਚਲੋ ਮੈਂ ਪਾਲ ਲਾਂਗੀ। ਇਹਨਾਂ ਕਹਿੰਦੀ ਹੈ ਜੀ ਇੱਧਰ ਆਪਣਾ ਪਿੰਡ ਪਟਿਆਲੇ ਦੇ ਲਵੇ ਜਲਾਲਪੁਰ। ਅੱਛਾ ਜੀ। ਤੇ ਕੁੜੀ ਦੇ ਨਾਂ ਖਾਸਾ ਕੁਛ ਲੱਗਿਆ ਹੋਇਆ, ਐਫਟੀਆਂ ਕਰਵਾਈਆਂ ਹੋਈਆਂ ਨੇ, ਥੋੜਾ ਜਿਹਾ ਐਵੇਂ ਹੋ ਗਿਆ। ਫੀਸਾਂ ਸਾਰੀਆਂ ਇਹਦਾ ਡੈਡੀ ਭਰਦਾ ਗੁੜੀਆ ਦਾ, ਫੌਜ 'ਚ ਮਿਲਟਰੀ 'ਚ ਨੇ। ਤੇ ਜਿਹੜਾ ਕੋਰਟ ਨੇ ਫੈਸਲਾ ਕੀਤਾ ਅਸੀਂ ਧੰਨਵਾਦ ਕਰਦੇ ਹਾਂ। ਤੇ ਬੱਚੇ ਆਪਦੀ ਦਾਦੇ ਕੋਲੇ ਆ ਗਈ ਤੇ ਆਪਦੇ ਚਾਚੂ ਕੋਲੇ ਆ ਗਈ। ਅਸੀਂ ਗਵਾਂਢ ਇੰਨਾ ਤੜਫਿਆ ਬਾਅਦ 'ਚ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਰਾਤ ਨੂੰ ਬਣਿਆ ਕੀ ਦਿਨ 'ਚ ਬਣਿਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਇਹ ਕੁੜੀਆਂ ਦਾ ਮਾਮਲਾ, ਗੁੜੀਆ ਜਿਨ੍ਹਾਂ ਦੀ ਹੈਗੀ ਸੀ ਉਹਨਾਂ ਨੂੰ ਮਿਲਣੀ ਚਾਹੀਦੀ ਆ। ਤੇ ਜਿਹੜਾ ਕੋਰਟ ਨੇ ਕੀਤਾ ਸਭ ਤੋਂ ਵਧੀਆ ਕੀਤਾ, ਬਹੁਤ ਵਧੀਆ ਰਹਿ ਰਹੀ ਹੈ। ਬੋਲਟ ਤੇ ਗੇੜੀਆਂ ਕੱਟਦੀ ਆ ਦਾਦੂ ਨਾਲ ਚਾਚੂ ਨਾਲ, ਗੱਡੀਆਂ 'ਚ ਘੁੰਮਦੀ ਹੈ ਤੇ ਵੱਡੀਆਂ ਚੀਜ਼ਾਂ ਲੈ ਕੇ ਆਉਂਦੀ ਆ, ਸਾਰਾ ਕੁਝ ਦਵਾਇਆ। ਤੇ ਹੁਣ ਤੁਸੀਂ ਆਪ ਹੀ ਦੇਖ ਲਓ ਖੇਡਦੀ ਫਿਰਦੀ ਆ ਘਰ ਦੇ ਵਿੱਚ, ਚਤਾ ਇੰਨਾ ਚੰਟ ਬਣਾਇਆ ਹੋਇਆ ਬੋਲ ਕੇ ਤੇ ਡਰਾ ਕੇ। ਪਰ ਅਸੀਂ ਇਹ ਸੋਚਦੇ ਸਾਡੇ ਬੱਚੇ ਨੂੰ 12ਵਾਂ ਸਾਲ ਤੇ ਇਹਨੂੰ 9.5 ਸਾਲ ਦੀ, ਅਸੀਂ ਤਾਂ ਕਮਾਲ ਮੰਨ ਗਈ ਵੀ ਐਵੇਂ ਬੋਲਦੀ ਹੈ ਗੁੜੀਆ। ਇਹ ਸਿਖਾਈ ਗਈ, ਇਹ ਤਾਂ ਪੜ੍ਹਾਈ ਹੋਈ ਹੈ 3-4 ਦਿਨ ਪਹਿਲਾਂ ਪੜ੍ਹਾਈ ਹੋਈ ਆ। ਤੇ ਇੱਥੇ ਅਸੀਂ ਬੱਚੇ ਦਾ ਦੇਖਦੇ ਜਦੋਂ ਘੁੰਮਦੀ ਆ ਫਿਰਦੀ ਆ, ਲੈ ਕੇ ਆਉਂਦੇ ਹਾਂ ਛੁੱਟੀਆਂ 'ਚ ਵੀ ਫਿਰਦੀ ਤੁਰਦੀ ਹੈ, ਸਾਰਾ ਕੁਝ ਦਵਾਉਂਦੇ ਨੇ। ਪਰ ਬੱਚਾ ਨਹੀਂ ਬੋਲ ਸਕਦਾ 9.5 ਸਾਲ ਦਾ ਐਵੇਂ। ਮੇਰਾ ਨਾਮ ਜਸਵੰਤ ਕੌਰ ਹੈ, ਨਾਲ ਹੀ ਰਹਿੰਦੇ ਅਸੀਂ ਇਹਨਾਂ ਦੇ। ਸਾਨੂੰ ਤਾਂ ਠੀਕ ਲੱਗਦਾ, ਬਹੁਤ ਠੀਕ ਲੱਗਦਾ। ਮਤਲਬ ਬੱਚੇ ਨੂੰ ਵਧੀਆ ਰੱਖਦੇ ਨੇ, ਇਹਨਾਂ ਦਾ ਬੱਚਾ ਰੱਖਣਗੇ ਵੀ ਕਿਉਂ ਨਹੀਂ। ਪਿਆਰ ਵੀ ਬਹੁਤ ਕਰਦੇ ਆ ਬੱਚੇ, ਆਉਂਦੇ ਵੀ ਆ ਜਦੋਂ ਇਹ ਛੁੱਟੀਆਂ ਹੁੰਦੀਆਂ ਬੱਚੇ ਇੱਥੇ ਹੁੰਦੀ ਆ। ਬਾਕੀ ਕੋਈ ਫੰਕਸ਼ਨ ਹੁੰਦਾ ਘਰੇ ਅਸੀਂ ਦੇਖਦੇ ਹੀ ਆ, ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਆਪਦੇ ਬੱਚੇ ਨੂੰ ਹਰੇਕ ਹੀ ਕਰਦਾ। ਮਤਲਬ ਇਹ ਕੋਈ ਕਹਿਣ ਦੀ ਗੱਲ ਤਾਂ ਹੈ ਨਹੀਂ। ਪਹਿਲਾਂ ਤਾਂ ਉਹ ਰਿਸ਼ਤੇਦਾਰੀ ਸਮਝ ਕੇ ਹੀ ਲੈ ਗਏ ਸੀ ਵੀ ਚਲੋ ਆਪਾਂ ਹੈਲਪ ਕਰਦੇ ਹੀ ਆ ਰਿਸ਼ਤੇਦਾਰ ਦੀ। ਹਾਂਜੀ। ਬਾਅਦ 'ਚ ਉਹਨਾਂ ਦਾ ਮਨ ਬਦਲ ਗਿਆ। ਹਾਈ ਕੋਰਟ ਦਾ ਫੈਸਲਾ ਬਿਲਕੁਲ ਠੀਕ ਆ। ਖੈਰ ਗੱਲ ਕੋਈ ਵੀ ਹੋਵੇ, ਬੱਚੀ ਨੇ ਅਸਲੀ ਪਰਿਵਾਰ ਕੋਲ ਆ ਕੇ ਕਈ ਵੱਡੇ ਖੁਲਾਸੇ ਕੀਤੇ ਨੇ ਕਿ ਉਹ ਉੱਥੇ ਕਾਫੀ ਪਰੇਸ਼ਾਨ ਸੀ। ਪਰ ਇੱਥੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਬੱਚੀ ਗੋਦ ਲੈਣ ਵਾਲੇ ਪਰਿਵਾਰ ਕੋਲ ਖੁਸ਼ ਨਹੀਂ ਸੀ ਤਾਂ ਉਸਨੇ ਇਹ ਗੱਲ ਪਹਿਲਾਂ ਆਪਣੇ ਪਰਿਵਾਰ ਨੂੰ ਕਿਉਂ ਨਹੀਂ ਦੱਸੀ, ਜਦੋਂ ਕਿ ਬੱਚੀ ਆਪਣੇ ਅਸਲੀ ਪਰਿਵਾਰ ਕੋਲ ਆਉਂਦੀ ਰਹਿੰਦੀ ਸੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर पर अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल जोड़े गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना कितनी असी अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है। पर थैंक्स टू फ्री रिलीफ जिन्हें मेरा एक कॉन्फिडेंस बिल्ड किया, जिहदे लगान नाल मैं मार्केट च बड़ा ही कॉन्फिडेंट हाँ और इहदे नाल मैनूं बड़ा फायदा होया। तो मैनूं सर्वाइकल की भी दिक्कत सी तो उहदे नाल भी मैनूं बड़ा रिलीफ मिलिया। ये यूज़ करो तो मैं प्रैक्टिकल यूज़ कर रहा। Now A1 Punjabi launch a newspaper, The Power of Words. Now you check out all our daily updates on our website www.a1punjabi.com and all updates on our social networks, Facebook, Twitter, Instagram and YouTube. Thank you.